ਅੱਜ ਆਪਾਂ ਸਟਾਰਟ ਕਰਦੇ ਹਾਂ। ਤੁਸੀਂ ਪੁੱਛ ਲਿਓ ਜੀ ਬੇਇੱਜ਼ਤੀ ਕੋਈ ਚੱਕਰ ਨਹੀਂ ਜਿਹੜੀ ਵਾਲੇ ਦਾ ਬਿਜ਼ਨਸ ਦਾ ਕਲਾਸ 12ਵੀਂ ਦਾ ਇੰਪੋਰਟੈਂਟ ਕੁਐਸਚਨ। ਠੀਕ ਹੈ, ਜਿਹੜਾ ਪਹਿਲਾ ਇੰਪੋਰਟੈਂਟ ਕੁਐਸਚਨ ਆ ਉਹ ਹੈਗਾ ਮੈਨੇਜਮੈਂਟ 'ਤੇ। ਉਹ ਹੈਗਾ ਭਾਈ ਮੈਨੇਜਮੈਂਟ 'ਤੇ। ਤਾਂ ਆਪਾਂ ਸਾਰਿਆਂ ਨਾਲੋਂ ਪਹਿਲਾਂ ਮੈਨੇਜਮੈਂਟ ਦੀ ਸਟੱਡੀ ਕਰਦੇ ਹਾਂ ਵੀ ਮੈਨੇਜਮੈਂਟ ਹੁੰਦੀ ਕੀ ਚੀਜ਼ ਆ। ਤਾਂ ਜਿਹੜੀ ਮੈਨੇਜਮੈਂਟ ਹੁੰਦੀ ਆ ਨਾ, ਇਹ ਹੁੰਦੀ ਹੈ ਪਲਾਨ ਕਰ ਲੈਣਾ, ਕੰਟਰੋਲ ਕਰ ਲੈਣਾ ਕਿਸੇ ਵੀ ਫੰਡ ਨੂੰ, ਕਿਸੇ ਵੀ ਤੌਰ ਤਰੀਕਿਆਂ ਨੂੰ, ਤਾਂ ਕਿ ਉਹ ਬਿਜ਼ਨਸ ਦੇ ਵਿੱਚ ਵਰਤੇ ਜਾਣ ਅਤੇ ਵੱਧ ਤੋਂ ਵੱਧ ਪ੍ਰੋਫਿਟ ਕਮਾਇਆ ਜਾਵੇ। ਅੰਗਰੇਜ਼ੀ 'ਚ ਬੋਲਦਾ, ਕਹਿੰਦਾ ਮੈਨੇਜਮੈਂਟ ਇਜ਼ ਦੀ ਐਕਟੀਵਿਟੀ ਵਿੱਚ ਇਨਕਲੂਡ ਪਲੈਨਿੰਗ, ਟ੍ਰੇਨਿੰਗ ਐਂਡ ਕੰਟਰੋਲਿੰਗ ਫੰਡਸ ਟੂ ਬੀ ਯੂਜ਼ਡ ਇਨ ਦਾ ਬਿਜ਼ਨਸ। ਇਟ ਹੈਲਪਸ ਟੂ ਅਟੇਨ ਮੈਕਸੀਮਮ ਪ੍ਰੋਫਿਟ ਇਨ ਦਾ ਬਿਜ਼ਨਸ। ਸਮਝ ਗਿਆ? ਇਹਦੇ 4 ਮੇਨ ਆਬਜੈਕਟਿਵ ਹੁੰਦੇ ਆ। 4 ਕਿਉਂ? ਇਹਦਾ ਇੱਕ ਹੀ ਮੇਨ ਆਬਜੈਕਟਿਵ ਹੁੰਦਾ ਵੀ ਪ੍ਰੋਫਿਟ ਕਮਾ ਕੇ ਦੇਣਾ। ਦਾ ਮੇਨ ਆਬਜੈਕਟਿਵ ਆਫ ਦਾ ਮੈਨੇਜਮੈਂਟ ਇਜ਼ ਟੂ ਪ੍ਰੋਵਾਈਡ ਦੀ ਪ੍ਰੋਫਿਟ। ਠੀਕ ਹੈ ਜੀ। ਉਸ ਤੋਂ ਬਾਅਦ 'ਚ ਜੇ ਆਪਾਂ ਗੱਲ ਕਰੀਏ, ਹਰੇਕ ਕੰਪਨੀ ਨੂੰ 3 ਤਰ੍ਹਾਂ ਦੇ ਫੈਸਲੇ ਲੈਣੇ ਪੈਂਦੇ ਆ। ਪਹਿਲਾ ਫੈਸਲਾ ਇਨਵੈਸਟਮੈਂਟ, ਦੂਜਾ ਫੈਸਲਾ ਫਾਈਨਾਂਸ ਅਤੇ ਤੀਜਾ ਫੈਸਲਾ ਪ੍ਰੋਫਿਟ ਸ਼ੇਅਰਿੰਗ। ਪਹਿਲਾ ਕੁਐਸਚਨ ਹੋ ਗਿਆ ਆਪਣਾ। ਪਤਾ ਲੱਗਿਆ? ਜੋ ਮੈਂ ਅੰਗਰੇਜ਼ੀ 'ਚ ਬੋਲਿਆ ਉਹਨੂੰ ਤੂੰ ਘਰੇ ਜਾ ਕੇ ਤਾਰ ਲਈ। ਹੁਣ ਇੱਕ ਤੈਨੂੰ ਸਵਾਲ ਆਊਗਾ, ਭਾਈ ਗੈਂਗ ਪਲੈਂਕ ਕੀ ਹੁੰਦਾ? ਇਹ ਸਵਾਲ ਤੈਨੂੰ ਆਊਗਾ ਵੀ ਗੈਂਗ ਪਲੈਂਕ ਕੀ ਹੁੰਦਾ। ਇਹ ਆਪਾਂ ਦੇਖ ਲੈਂਦੇ ਹਾਂ ਗੈਂਗ ਪਲੈਂਕ ਕੀ ਹੁੰਦਾ। ਤਾਂ ਗੈਂਗ ਪਲੈਂਕ ਦਾ ਮਤਲਬ ਹੁੰਦਾ ਹੈ ਜਦੋਂ 2 ਮੈਨੇਜਰ ਇੱਕੋ ਲੈਵਲ 'ਤੇ ਕੰਮ ਕਰਦੇ ਆ ਅਤੇ ਇੱਕ ਦੂਜੇ ਨਾਲ ਵਾਰਤਾਲਾਪ ਕਰਦੇ ਆ ਅਤੇ ਕੰਮ ਦੀ ਵੰਡ ਕਰਦੇ ਆ। ਵੈਨ ਦਾ 2 ਮੈਨੇਜਰਸ ਆਰ ਵਰਕਿੰਗ ਐਟ ਦੀ 1 ਲੈਵਲ ਐਂਡ ਕਮਿਊਨੀਕੇਟ ਵਿਦ ਈਚ ਅਦਰ ਟੂ ਡੂ ਦੀ ਵਰਕ ਕੁਇਕਲੀ। ਗੈਂਗ ਪਲੈਂਕ ਪਤਾ ਲੱਗ ਗਿਆ? ਗੈਂਗ ਪਲੈਂਕ ਹੁੰਦਾ ਵੀ ਜਦੋਂ ਇੱਕ ਕੰਪਨੀ 'ਚ 2 ਮੈਨੇਜਰ ਹੁੰਦੇ ਆ, ਦੋਨੇ ਆਪਸ ਦੇ ਵਿੱਚ ਫੈਸਲਾ ਲੈਂਦੇ ਆ ਵੀ ਐਂ ਕਰਾਂਗੇ, ਉਹ ਐਂ ਕਰਾਂਗੇ, ਐਂ ਕਰਾਂਗੇ, ਉਹਨੂੰ ਉੱਥੇ ਲਾਵਾਂਗੇ, ਉਹ ਤੋਂ ਆਹ ਕੰਮ ਲਵਾਂਗੇ, ਉੱਧਰੋਂ ਇੰਨਾ ਸਮਾਨ ਚੱਕ ਕੇ ਉੱਧਰ ਧਰ ਦਿਆਂਗੇ, ਇੱਥੇ ਆਪਾਂ ਆਹ ਮਾਲ ਲਿਆਵਾਂਗੇ, ਉੱਥੇ ਮਸ਼ੀਨ ਚਾਹੀਦੀ ਆ। 2 ਬੰਦੇ ਫੈਸਲਾ ਲੈਂਦੇ ਆ। ਕਿੰਨੇ ਮੈਨੇਜਰ ਆ? 2। ਅਤੇ ਉਹ 2 ਬੰਦੇ ਹੀ ਮਤਲਬ ਕੰਪਨੀ ਦੀਆਂ ਧੂੜਾਂ ਪੱਟੀ ਜਾਂਦੇ ਆ। ਮਤਲਬ ਦੇ ਕਮਿਊਨੀਕੇਟ ਵਿਦ ਈਚ ਅਦਰ ਫॉर ਡਾਇਰੈਕਟ ਐਂਡ ਈਜ਼ੀ ਐਂਡ ਕੁਇਕ ਪ੍ਰੋਫਿਟਸ। ਗੈਂਗ ਪਲੈਂਕ ਕੀ ਆ? ਇਹਦੇ ਵਿੱਚ 2 ਮੈਨੇਜਰ ਵਰਕਿੰਗ ਐਟ ਦੀ ਸੇਮ ਲੈਵਲ ਕਮਿਊਨੀਕੇਟ ਵਿਦ ਈਚ ਅਦਰ ਟੂ ਅਰਨ ਮੈਕਸੀਮਮ ਪ੍ਰੋਫਿਟਸ। ਕੁਛ ਵੀ ਲਿਖਦੀ। ਪਤਾ ਲੱਗ ਗਿਆ? ਇਹ ਗੈਂਗ ਪਲੈਂਕ ਦੱਸਿਆ ਕਿਹਨੇ ਸੀਗਾ? ਇਹ ਅੰਗਰੇਜ਼ ਸੀਗਾ ਬੰਦਾ, ਹੈਨਰੀ ਫਯੋਲ। HENRIFAYOL। ਹੈਨਰੀ ਫਯੋਲ ਨੇ ਦੱਸਿਆ ਸੀਗਾ ਵੀ ਗੈਂਗ ਪਲੈਂਕ ਕੋਈ ਚੀਜ਼ ਹੁੰਦੀ ਆ। ਸਮਝ ਗਿਆ? ਚੱਕ ਦੂਜਾ ਕੁਐਸਚਨ ਗਿਆ ਇਹ। ਤੀਜਾ ਇੰਪੋਰਟੈਂਟ ਕੁਐਸਚਨ ਹੈਗਾ ਤੇਰਾ, ਵਟ ਇਜ਼ ਡੀਮੋਨੇਟਾਈਜੇਸ਼ਨ। ਵਰਡ ਕੀ ਆ ਭਾਈ? ਡੀਮੋਨੇਟਾਈਜੇਸ਼ਨ। ਇਹਦਾ ਮਤਲਬ ਪਤਾ ਕੀ ਹੁੰਦੀ ਹੈ? ਡੀਮੋਨੇਟਾਈਜੇਸ਼ਨ ਹੁੰਦੀ ਹੈ ਭਾਈ ਤੇਰੀ ਨੋਟਬੰਦੀ। ਕੀ ਹੁੰਦੀ ਹੈ ਤੇਰੀ ਇਹ? ਨੋਟਬੰਦੀ। ਮੋਦੀ ਨੇ ਨੋਟ ਬੰਦ ਕੀਤੇ ਸੀਗੇ, ਦੇਖ ਕਰੇ ਸੀ ਨਾ। ਤਾਂ ਉਹਨੇ ਤਾਂ ਬੰਦ ਕਰੇ ਸੀ ਵੀ ਜਿਹੜੇ ਲੋਕਾਂ ਨੇ ਨੋਟ ਲੁਕੋਏ ਹੋਏ ਆ ਉਹ ਮੂਹਰੇ ਆ ਜਾਣ, ਬੈਂਕਾਂ 'ਚ ਜਾ ਵੜਨ ਉਹ, ਅਤੇ ਬਲੈਕ ਮਨੀ ਹੋ ਜੇ ਕੰਟਰੋਲ। ਤਾਂ ਇਹ ਤੈਨੂੰ ਪੇਪਰ 'ਚ ਆ ਸਕਦਾ। ਤਾਂ ਤੈਨੂੰ ਅੰਗਰੇਜ਼ੀ ਦੱਸ ਦਿੰਦਾ, ਡੀਮੋਨੇਟਾਈਜੇਸ਼ਨ ਇਜ਼ ਦੀ ਐਕਟ ਆਫ ਸਟਰਾਈਪਿੰਗ ਏ ਕਰੰਸੀ or banning a currency from the legal tender. It is done to check the corruption. It is done to check the corruption. पता लग गया? डीमोनेटाइज नोटबंदी। ठीक है। अगला तेरा जरूरी सवाल हैगा भाई, गुड प्लान की हुंदा है? हुण मेरी गल सुनो, जे आपां गल करिए ना, प्लैनिंग एक चैप्टर है बिजनेस दे विच। तेरे च एक चैप्टर का नाम है, पहले दूजे का ही है। तू दिमाग ला भी प्लैनिंग की हुंदी है। प्लैनिंग हुंदी है भी हुण जिवें मैं इत्थे तैनूं पढ़ाउण बैठा तो मैं की प्लैन कीता, तू अज किताब नहीं लिया। मैं की कीता भाई, मैं इंपॉर्टेंट क्वेश्चन कढ ले, मैं तैनूं ओह कराउण लग पिया। ये प्लैन ही कीता मैं। तो प्लैनिंग कहंदा अजिहा कोई किता हुंदा इहो जिहा हिसाब नाल काम करना हुंदा भी ਉਹ ਜਿਹੜਾ ਤੇਰਾ ਰਿਜ਼ਲਟ ਹੈ ਉਹ ਵੱਧ ਤੋਂ ਵੱਧ ਆਵੇ ਅਤੇ ਪ੍ਰੋਫਿਟ ਵੱਧ ਤੋਂ ਵੱਧ ਆਵੇ। ਤਾਂ ਆਪਾਂ ਅੰਗਰੇਜ਼ੀ 'ਚ ਲਿਖਣਾ ਉੱਥੇ
ਤਾਂ ਆਪਾਂ ਲਿਖ ਦਾਂਗੇ ਪਲੈਨਿੰਗ ਇਜ਼ ਵੈਰੀ ਇੰਪੋਰਟੈਂਟ ਟਾਸਕ ਇਨ ਏ ਬਿਜ਼ਨਸ ਇਨ ਵਿਚ ਦੀ ਮੈਨੇਜਰ ਪਲੈਨਸ ਟੂ ਅਰਨ ਮੈਕਸਿਮਮ ਪ੍ਰੋਫਿਟ। ਸਮਝ ਆ ਗਿਆ? ਸਵਾਲ ਇਹ ਆਇਆ ਪਿਆ ਪੇਪਰ ਦੇ ਵਿੱਚ ਜਾਂ ਇਹ ਆਉਣਾ ਤੈਨੂੰ ਵੀ ਇੱਕ ਚੰਗੇ ਪਲਾਨ ਦੇ ਵਿੱਚ ਕੀ ਕੀ ਖੂਬੀ ਹੋਣੀ ਚਾਹੀਦੀ ਆ, ਫੀਚਰ ਕੀ ਕੀ ਹੋਣੇ ਚਾਹੀਦੇ ਆ। ਤਾਂ ਤੂੰ ਕੀ ਲਿਖਣਾ ਦਾ ਵੀ ਜਿਹੜੇ ਮੇਨ ਫੀਚਰ ਹੈ ਗੁੱਡ ਪਲਾਨ ਦੇ ਉਹ ਕੀ ਹੁੰਦੇ ਆ। ਮੇਨ ਫੀਚਰ ਪਲੈਨਿੰਗ ਦੇ ਕੀ ਹੋਣੇ ਚਾਹੀਦੇ? ਇੱਕ ਤਾਂ ਮੇਰਾ ਆਬਜੈਕਟਿਵ ਕਲੀਅਰ ਹੋਣਾ ਚਾਹੀਦਾ, ਮੈਨੂੰ ਆਪ ਨੂੰ ਸਮਝ ਆਉਣੀ ਚਾਹੀਦੀ ਹੈ। ਕਲੀਅਰ ਆਬਜੈਕਟਿਵ 1 ਨੰਬਰ, ਅੰਡਰਸਟੈਂਡੇਬਲ 2 ਨੰਬਰ, 3 ਨੰਬਰ ਕੀ ਹੈ ਕੰਪਰੀਹੈਂਸਿਵ। ਕੰਪਰੀਹੈਂਸਿਵ ਦਾ ਮਤਲਬ ਕੀ ਹੈ ਪੁਆਇੰਟ ਲਿਖੇ ਹੋਣ ਤਾਂ ਕਿ ਸਮਝ ਆ ਜੇ। ਚੌਥਾ ਕੀ ਹੈ ਫਲੈਕਸੀਬਲ। ਫਲੈਕਸੀਬਲ ਮਤਲਬ ਮੇਰੇ ਤਾਂ ਸਮਝ ਆ ਗਿਆ ਇਹਦੇ ਵੀ ਆਵੇ। ਪੰਜਵਾਂ ਕੀ ਹੈ ਇਕਨੋਮਿਕਲ। ਪਲਾਨ ਮੈਂ ਕਰ ਲਿਆ ਵੀ ਮੈਂ ਤਾਂ ਇੱਥੇ LED ਲਾਉਂਗਾ ਤੇ ਕੰਪਿਊਟਰ ਪੜਾਇਆ ਕਰੂਗਾ, ਉਹ ਪਲਾਨ ਲਾਗੂ ਥੋੜੀ ਹੋਊਗਾ, ਉਹ ਮਹਿੰਗਾ ਬਹੁਤ ਹੈ। ਇਕਨੋਮਿਕਲ ਮਤਲਬ ਬਜਟ ਦੇ ਵਿੱਚ ਹੋਵੇ ਪਲਾਨ। ਆ ਗਿਆ ਸਮਝ? ਪੰਜਵਾਂ ਕੁਐਸਚਨ ਹੋ ਗਿਆ ਆਪਣਾ। ਡਿਫਾਈਨ ਡੈਲੀਗੇਸ਼ਨ। ਡੈਲੀਗੇਸ਼ਨ ਵੀ ਇੱਕ ਚੈਪਟਰ ਹੈ ਭਾਈ ਤੇਰਾ ਬਿਜ਼ਨਸ ਦਾ, ਇਹ ਤੁਹਾਨੂੰ ਦੱਸਦਾ ਡੈਲੀਗੇਸ਼ਨ ਕੀ ਹੁੰਦਾ। ਪੰਜਾਬੀ ਤੈਨੂੰ ਮਤਲਬ ਦੱਸ ਦਾਂਗਾ। ਡੈਲੀਗੇਸ਼ਨ ਦਾ ਮਤਲਬ ਪਤਾ ਕੀ ਹੁੰਦਾ? ਹੁਣ ਜਿਵੇਂ ਮੇਰੇ ਕੋਲ 4 ਟੀਚਰ ਬੈਠੇ ਆ, ਬਹਿ ਗਏ ਇੱਥੇ ਆ ਕੇ, ਉਹ ਮੈਂ ਕਹਦਾ ਵੀ ਭਾਈ ਤੂੰ ਤਾਂ ਪੜ੍ਹਾਉਣੀ ਹੈ ਪੰਜਾਬੀ, ਠੀਕ ਹੈ, ਤੂੰ ਪੜ੍ਹਾਉਣੀ ਹੈ ਭਾਈ ਸਾਇੰਸ, ਤੂੰ ਪੜ੍ਹਾਉਣੀ ਹੈ ਕੰਪਿਊਟਰ ਤੇ ਤੂੰ ਪੜ੍ਹਾਉਣੀ ਹੈ ਮੈਥ। ਮੈਂ ਕੀ ਕਰਤਾ? ਸਾਰਿਆਂ ਨੂੰ ਕੰਮ ਦੇਤਾ। ਸਾਰਿਆਂ ਨੂੰ ਕੀ ਕਰਤਾ? ਮੈਂ ਕੰਮ ਵੰਡਤਾ। ਕੰਮ ਦੇ ਵੰਡਣ ਨੂੰ ਹੀ ਡੈਲੀਗੇਸ਼ਨ ਕਹਿੰਦੇ ਆ। ਇਹ ਤੋਂ ਸੌਖਾ ਕੀ ਹੈ ਯਾਰ? ਅੰਗਰੇਜ਼ੀ ਸੁਣ ਲਾ। ਡੈਲੀਗੇਸ਼ਨ ਇਜ਼ ਦੀ ਟ੍ਰਾਂਸਫਰ ਆਫ ਰਿਸਪੌਂਸਿਬਿਲਟੀ ਟੂ ਪਰਫਾਰਮ ਏ ਸਪੈਸੀਫਿਕ ਟਾਸਕ ਫਰੋਮ ਦੀ ਅਨਦਰ ਪਰਸਨ। ਅੰਗਰੇਜ਼ੀ ਹੋ ਗਈ, ਪਤਾ ਲੱਗ ਗਿਆ? ਕਹਿੰਦਾ ਡੈਲੀਗੇਸ਼ਨ ਇਜ਼ ਵੈਰੀ ਇੰਪੋਰਟੈਂਟ ਇਨ ਏ ਬਿਜ਼ਨਸ ਬਿਕੋਜ਼ ਇਫ ਦਾ ਵਰਕ ਇਜ਼ ਡੈਲੀਗੇਟਡ ਪ੍ਰੋਪਰਲੀ। ਹੁਣੇ ਤੁਸੀਂ ਲਿਖ ਲੈਣੀ ਗੱਲ ਹੈ। ਬਿਕੋਜ਼ ਦੀ ਵਰਕ ਇਜ਼ ਡੈਲੀਗੇਟਡ, ਇਫ ਦੀ ਵਰਕ ਇਜ਼ ਡੈਲੀਗੇਟਡ ਪ੍ਰੋਪਰਲੀ the business earns huge profits and it is very essential in a successful business organization. Delegation is the primary task in a successful company. By delegation, each employee gets responsibility to complete the job in a specific time period. Delegation is the most important process, including others such as management and much more. बस लिख दी कुछ भी ਆ ਲੈਣਾ ਲਿਖਤੀ ਤੇਰਾ ਕੰਮ ਓਕੇ ਹੈ। ਅੱਗੇ ਲਿਖਦੇ ਆ ਤੇਰਾ ਇਹ ਹੋ ਗਿਆ ਭਾਈ 6ਵਾਂ ਸਵਾਲ। ਇੱਕ ਤੈਨੂੰ ਸਵਾਲ ਆਊਗਾ ਟ੍ਰੇਨਿੰਗ ਕੀ ਹੁੰਦੀ ਹੈ, ਚੈਪਟਰ ਦਾ ਨਾਮ ਹੈ ਭਾਈ ਟ੍ਰੇਨਿੰਗ ਇਹਦੇ 'ਚ ਬਿਜ਼ਨਸ 'ਚ, ਠੀਕ ਹੈ। ਟ੍ਰੇਨਿੰਗ ਹੁਣ ਤੈਨੂੰ ਤੂੰ ਆਪ ਦਿਮਾਗ ਲਾ ਕੀ ਹੋਊਗਾ ਭਾਈ ਟ੍ਰੇਨਿੰਗ ਕੀ ਹੋਊ? ਸੋਚੋ। ਟ੍ਰੇਨਿੰਗ ਸੋਚ ਕੀ ਹੋਊਗਾ? ਟ੍ਰੇਨਿੰਗ ਇਹ ਹੋਊਗਾ ਵੀ ਬੰਦੇ ਨੂੰ ਸਿਖਾ ਦਿਓ ਪਹਿਲਾਂ। ਕਿਉਂ? ਵੀ ਜੂ ਮੰਨ ਕੇ ਚੱਲ ਹੁਣ ਇਹ ਮੇਰੇ ਕੋਲ ਟੀਚਰ ਹੈਗੇ ਆ, ਇਹ ਫੋਰ ਐਗਜ਼ਾਮਪਲ ਇਹਨਾਂ ਨੂੰ ਪੜ੍ਹਾਉਣਾ ਨਹੀਂ ਆਉਂਦਾ, ਐਗਜ਼ਾਮਪਲ ਹੈ, ਮੈਂ ਇਹਨਾਂ ਨੂੰ ਪਹਿਲਾਂ ਟ੍ਰੇਨਿੰਗ ਦੇਵਾਂਗਾ ਬਾਈ ਵੀ ਐਂ ਨਹੀਂ ਭਾਈ ਤੂੰ ਐਂ ਪੜ੍ਹਾਉਣਾ ਹੈਗਾ। ਟ੍ਰੇਨਿੰਗ ਦੇਵਾਂਗਾ, ਇਹ ਪੜ੍ਹਾਉਣਾ ਸਿੱਖ ਲੂਗਾ, ਇਹ ਗਾਂ ਵੀ ਪੜ੍ਹਾ ਦੂਗਾ। ਟ੍ਰੇਨਿੰਗ ਪਤਾ ਲੱਗ ਗਿਆ ਪੰਜਾਬੀ 'ਚ ਆਹੀ ਹੁੰਦੀ, ਹੋਰ ਕੀ ਹੁੰਦੀ ਟ੍ਰੇਨਿੰਗ? ਮੈਂ ਮਿਸਤਰੀ ਲੱਗਿਆ ਲੱਕੜ ਦਾ, ਮੇਰੇ ਕੋਲ ਨਵਾਂ ਮੁੰਡਾ ਲੱਗ ਗਿਆ, ਮੈਂ ਕਿਹਾ ਓਏ ਰੰਦਾ ਆਏ ਨਹੀਂ ਆਏ ਮਾਰਨਾ ਹੁੰਦਾ। ਟ੍ਰੇਨਿੰਗ ਆ ਉਹ, ਹੋਰ ਕੀ ਹੈ? ਪਤਾ ਲੱਗ ਗਿਆ ਕੀ ਹੈ ਟ੍ਰੇਨਿੰਗ ਕੀ ਹੁੰਦੀ ਹੈ? ਵੈਨ ਐਵਰ ਇਹ ਪ੍ਰੋਫੈਸ਼ਨਲ ਜਾਂ ਇਹ ਮੈਨੇਜਰ ਟੀਚਰਸ ਦਾ ਸਕਿੱਲ ਟੂ ਐਨ EMPLOYE and ask him or her to perform in a certain way is known as training. ਟ੍ਰੇਨਿੰਗ ਦੇ ਫਾਇਦੇ ਕੀ ਹੋਣਗੇ? ਜਿਹੜਾ ਨਵਾਂ ਬੰਦਾ ਉਹ ਕੰਮ ਸਿੱਖ ਜੂਗਾ, ਰਿਜ਼ਲਟ ਜ਼ਿਆਦਾ ਆਉਣਗੇ, ਠੀਕ ਹੈ। ਟ੍ਰੇਨਿੰਗ ਦਾ ਪਹਿਲਾ ਫਾਇਦਾ ਕੀ ਹੋਊਗਾ? ਪਹਿਲਾ ਫਾਇਦਾ ਹੋਊਗਾ ਵੀ ਵੈਲਫੇਅਰ ਹੋ ਜੂਗਾ, ਕੰਪਨੀ ਦਾ ਵੈਲਫੇਅਰ ਹੋ ਜੂਗਾ। ਜਿਹੜਾ EMPLOYE ਹੈ, EMPLOYE ਦੀ ਜਿਹੜੀ ਨੌਲੇਜ ਆ ਉਹ ਗੇਨ ਹੋ ਜੂਗੀ, ਠੀਕ ਹੈ। ਜਿਹੜਾ ਪ੍ਰੋਫਿਟ ਆ ਉਹ ਵੱਧ ਆਉਣ ਲੱਗ ਜੂਗਾ ਤੇ ਜਿਹੜਾ ਟਾਸਕ ਆ ਉਹ ਈਜ਼ੀ ਹੋ ਜੂਗਾ। ਟਾਸਕ ਕੀ ਹੋ ਜੂਗਾ? ਈਜ਼ੀ ਹੋ ਜੂਗਾ ਭਾਈ, ਕੰਮ ਹੀ ਜਮਾਂ ਸੌਖਾ ਹੈ ਤਾਂ ਓਕੇ ਹੈ ਟ੍ਰੇਨਿੰਗ। ਇਹ ਸਵਾਲ ਤੈਨੂੰ ਪੇਪਰ 'ਚ ਆਉਣਾ ਸੀਗਾ। ਟ੍ਰੇਨਿੰਗ ਦੀ ਜੇ ਆਪਾਂ ਗੱਲ ਕਰੀਏ, ਪਰਫਾਰਮੈਂਸ ਵਧੀਆ ਹੋ ਜੂਗੀ। ਟ੍ਰੇਨਿੰਗ ਕਈ ਤਰ੍ਹਾਂ ਦੀ ਹੁੰਦੀ ਆ, ਜੌਬ ਦੇ ਵਿੱਚ ਹੁੰਦੀ ਹੈ ਵੀ ਜਦੋਂ ਮੁੰਡਾ ਭਰਤੀ ਕਰ ਲਿਆ ਉਦੋਂ ਪਹਿਲਾਂ ਹੁੰਦੀ ਹੈ, ਜਾਂ ਕੀ ਹੁੰਦੀ ਹੈ? ਹਾਂ ਉਦੋਂ ਪਹਿਲਾਂ ਤੇ ਜਾਂ ਜੌਬ ਦੇ ਦੌਰਾਨ ਹੁੰਦੀ ਹੈ। ਬਸ ਜੌਬ ਦੇ ਬਾਅਦ ਥੋੜ੍ਹੀ ਬਾਅਦ ਰਿਟਾਇਰ ਹੋ ਜੂਗਾ ਅਗਲਾ। ਅੱਗੇ ਆ ਗਿਆ ਤੇਰਾ ਸਵਾਲ ਭਾਈ,
ਕਹਿੰਦਾ ਵਟ ਆਰ ਦੀ ਬੈਰੀਅਰ ਟੂ ਦੀ ਕਮਿਊਨੀਕੇਸ਼ਨ, ਵਟ ਆਰ ਦੀ ਬੈਰੀਅਰਸ ਟੂ ਦੀ ਕਮਿਊਨੀਕੇਸ਼ਨ। ਹੁਣ ਤੂੰ ਦੇਖ, ਬੈਰੀਅਰ ਦਾ ਮਤਲਬ ਕੀ ਹੁੰਦਾ, ਰੁਕਾਵਟ ਹੁੰਦੀ ਹੈ। ਕੀ ਹੁੰਦੀ ਹੈ? ਰੁਕਾਵਟ ਹੁੰਦੀ ਹੈ, ਠੀਕ ਹੈ। ਕਮਿਊਨੀਕੇਸ਼ਨ ਦਾ ਮਤਲਬ ਕੀ ਹੁੰਦਾ ਭਾਈ? ਸਮਝਾਉਣਾ, ਦੱਸਣਾ, ਪੁੱਛਣਾ। ਹੁਣ ਮੇਰੀ ਗੱਲ ਸੁਣ, ਮੈਂ ਤੈਨੂੰ ਸਮਝਾਈ ਜਾਵਾਂ ਤੇਰੇ ਕੁਛ ਪੱਲੇ ਹੀ ਨਾ ਪਵੇ, ਉਹ ਕੀ ਹੈ? ਬੈਰੀਅਰ ਹੀ ਹੈ। ਸਮਝ ਰਿਹਾ ਗੱਲ ਨੂੰ? ਤਾਂ ਕਿਹੜੇ ਕਿਹੜੇ ਬੈਰੀਅਰ ਹੋਣਗੇ? ਪਹਿਲਾ ਬੈਰੀਅਰ ਕੀ ਹੋਊਗਾ? ਲੈਂਗੁਏਜ ਹੋਊਗੀ, ਤੈਨੂੰ ਮੇਰੀ ਲੈਂਗੁਏਜ ਨਹੀਂ ਸਮਝ ਆਉਂਦੀ। ਦੂਜਾ ਬੈਰੀਅਰ ਕੀ ਹੋਊਗਾ? ਡਿਸਟੈਂਸ ਹੋਊਗਾ, ਤੂੰ ਬੈਠਾ ਉਹ ਉੱਥੇ, ਤੈਨੂੰ ਕਿੱਥੋਂ ਸਮਝ ਆ ਜੂ? ਡਿਸਟੈਂਸ ਹੋਊਗਾ। ਤੀਜਾ ਬੈਰੀਅਰ ਕੀ ਹੋਊਗਾ? ਫਿਜ਼ੀਕਲ ਬੈਰੀਅਰ ਹੋਊਗਾ। ਫਿਜ਼ੀਕਲ ਬੈਰੀਅਰ ਮਤਲਬ ਡਿਸਟੈਂਸ ਹੀ ਆ ਗਿਆ। ਚੌਥਾ ਬੈਰੀਅਰ ਕੀ ਹੋਊਗਾ? ਇਮੋਸ਼ਨਲ ਬੈਰੀਅਰ ਹੋਊਗਾ। ਤੇਰੇ ਮਨ 'ਚ ਕੁਝ ਹੋਰ ਚੱਲੀ ਜਾਂਦਾ, ਮੇਰੇ 'ਚ ਕੁਝ ਹੋਰ ਚੱਲੇ, ਮੈਂ ਤੈਨੂੰ ਕਿੱਥੋਂ ਸਮਝਾ ਲੂੰਗਾ, ਨਾ ਤੂੰ ਸਮਝੇ। ਇਮੋਸ਼ਨਲ ਬੈਰੀਅਰ, ਦਿਮਾਗੀ ਖੇਡ। ਅਗਲਾ ਬੈਰੀਅਰ ਹੁੰਦਾ ਕਲਚਰਲ ਬੈਰੀਅਰ। ਕਿਹੜਾ ਹੁੰਦਾ? ਕਲਚਰਲ। ਹੁਣ ਮੰਨ ਕੇ ਚੱਲ, ਆਪਾਂ ਨੂੰ ਕੋਈ ਇੱਥੇ ਮੈਡਮ ਪੜ੍ਹਾਉਣ ਲੱਗ ਜੇ, ਠੀਕ ਹੈ, ਜਾਂ ਕੋਈ ਵੀ ਇੱਥੇ ਮੁੰਡਾ ਪੜ੍ਹਾਉਣ ਲੱਗ ਜੇ, ਤੇ ਉਹ ਮੰਨ ਕੇ ਚੱਲੋ ਵੀ ਉਹ ਮੁੰਡੇ ਦੇ ਪਹਿਲਾਂ ਤਾਂ ਹਾਂਜੀ ਮੰਨ ਕੇ ਚੱਲੋ ਹੁਣ ਇੱਥੇ ਆਪਣੇ ਕੋਲੇ ਕੋਈ ਸਟੂਡੈਂਟ ਆ ਗਿਆ, ਠੀਕ ਆ। ਉਹ ਸਟੂਡੈਂਟ, ਆਪਾਂ ਰਹਿੰਦੇ ਹਾਂ ਗਿੱਦੜ ਵਿੱਚ, ਠੀਕ ਹੈ। ਆਪਣਾ ਕਲਚਰ ਥੋੜ੍ਹਾ ਜਿਹਾ, ਆਪਾਂ ਦੇਸੀ ਲੋਕ ਆ, ਆਪਾਂ ਕੀ ਦੇਸੀ ਮਾਡਰਨ ਹੈ ਨਹੀਂ ਇੰਨੇ। ਕਿੰਨਾ ਮਰਜ਼ੀ ਜ਼ੋਰ ਲਾ ਲਾ, ਜੇ ਮਾਡਰਨ ਬਣੇਗਾ ਤੈਨੂੰ ਗਾਲਾਂ ਕੱਢਣਗੇ ਪਿੰਡ 'ਚ, ਜਾਂ ਤੇਰੇ ਘਰ ਦੇ ਕੱਢਣਗੇ। ਹੁਣ ਆਪਣੇ ਕੋਲ ਸਟੂਡੈਂਟ ਆ ਗਿਆ, ਪਹਿਲਾਂ ਤਾਂ ਉਹਦੇ ਕੀ ਹੈ, ਇੱਥੇ ਗਲ 'ਚ ਐਡੀ ਮੋਟੀ ਗਾਨੀ ਪਾਈ, ਐਡੇ ਸੰਗਲ ਪਾਇਆ ਉਹਦੇ, ਐਂ ਵਾਲ ਐਂ ਖੜੇ ਕਰੇ ਆ, ਉਹਦੇ ਹੱਥ 'ਚ ਐਂ ਕੜਾ ਪਾਇਆ, ਠੀਕ ਹੈ। ਇੱਥੋਂ ਕੂਣੀਆਂ ਪਾਟੀਆਂ ਨੇ, ਤੇ ਟੈਟੂ ਛਪਿਆ ਛਾਤੀ 'ਤੇ, ਉਹ ਬਣਾਉਣ 'ਚ ਆ ਗਿਆ ਆਪਣੇ ਕੋਲ। ਤੇ ਕੱਲ ਆਪਾਂ ਨੂੰ ਪੜ੍ਹਾਵਾਂਗੇ, ਆਪਾਂ ਪੜ੍ਹਾ ਤਾਂ ਦੇਵਾਂਗੇ, ਪਰ ਇੱਕ ਇਜਾਜ਼ਤ ਨਹੀਂ ਮਿਲਣੀ ਪੜ੍ਹਾਉਣ ਦੀ। ਨਾ ਤਾਂ ਮੇਰਾ ਧਿਆਨ ਪੜ੍ਹਾਈ 'ਚ ਹੋਣਾ, ਨਾ ਉਹਦਾ, ਨਾ ਆਸੇ ਪਾਸੇ ਦਾ। ਇਹ ਕਿਹੜਾ ਬੈਰੀਅਰ ਹੈ? ਕਲਚਰਲ ਹੈ। ਕਿਹੜਾ ਇਹ? ਤੂੰ ਜਾ ਵੜੇਗਾ, ਮੰਨ ਲਾ ਸਾਊਥ ਅਫਰੀਕਾ ਜਾ ਵੜਿਆ ਤੂੰ ਪੜ੍ਹਨ, ਉੱਥੇ ਤੈਨੂੰ ਉਹ ਪੜ੍ਹਾਉਣ ਲੱਗੇ, ਤੈਨੂੰ ਕੀ ਸਮਝ ਆਊਗਾ? ਨਾ ਕਲਚਰ ਹੀ ਹੋ ਰਿਹਾ ਭਾਈ। ਇਹ ਕਲਚਰ ਬੈਰੀਅਰ ਹੈ। ਕਿਹੜਾ ਬੈਰੀਅਰ ਹੈ? ਕਲਚਰਲ ਬੈਰੀਅਰ ਹੈ। ਪੁੱਛਣਾ ਹੀ ਕੁਛ ਤੁਸੀਂ? ਅੱਗੇ ਜਿਹੜਾ ਜੈਂਡਰ ਬੈਰੀਅਰ ਹੁੰਦਾ, ਕਿਹੜਾ ਹੁੰਦਾ? ਜੈਂਡਰ। ਜੈਂਡਰ ਦਾ ਮਤਲਬ ਕੀ ਹੁੰਦਾ ਵੀ ਭਾਈ, ਕਈ ਨਾ ਇੱਕ ਆਪਣੇ ਨਹੀਂ ਹੈਗਾ ਇਹ, ਕਹਿ ਰਹੇ ਬਾਹਲੇ ਪਿਛੋਕੜ ਏਰੀਆ 'ਚ ਹੁੰਦਾ ਹੈਗਾ, ਓਪੋਜ਼ਿਟ ਜੈਂਡਰ ਤੋਂ ਪੜ੍ਹਨ ਲੱਗਿਆ ਸੰਗ ਮੰਨਦੇ ਆ। ਜਿਵੇਂ ਕਹਿ ਲਾ ਵੀ ਤੂੰ, ਜੇ ਤੂੰ ਮੁੰਡਾ ਤੈਨੂੰ ਆਏਗਾ ਵੀ ਕੋਈ ਬੰਦਾ ਹੀ ਪੜ੍ਹਾਵੇ, ਮਤਲਬ ਫੀਮੇਲ ਤੋਂ ਪੜ੍ਹਨ ਲੱਗਿਆ ਸੰਗ ਆਊਗੀ। ਇਹ ਜੈਂਡਰ ਬੈਰੀਅਰ ਵੀ ਹੁੰਦਾ ਇੱਕ, ਠੀਕ ਹੈ। ਆਪਣਾ ਲਿਖਣਾ ਇਹਦੇ 'ਚ ਆਨਸਰ 'ਚ। ਅੱਗੇ ਕੀ ਆ ਭਾਈ? ਬ੍ਰੇਕ ਥਰੋ ਦੀ ਬੈਰੀਅਰ। ਬ੍ਰੇਕ ਥਰੂ ਦੀ ਬੈਰੀਅਰ ਪਤਾ ਕੀ ਆ? ਮੰਨ ਕੇ ਚੱਲੋ ਗੱਲ ਕੀ ਹੈ ਵੀ ਪੜ੍ਹਾਈ ਜਾਂਦੇ ਆਪਾਂ, ਤੁਹਾਡੇ ਸਮਝ ਆਈ ਜਾਂਦਾ, ਪਰ ਨਜਾਇਜ਼ ਪੜ੍ਹਾਈ ਜਾਂਦੇ, ਪੌਣਾ ਘੰਟਾ ਹੋ ਗਿਆ, 2 ਘੰਟੇ ਹੋ ਗਏ, 3 ਹੋ ਗਏ, ਫੇਰ ਬੈਰੀਅਰ ਬਣ ਥੱਕਣ ਲੱਗ ਜਾਂਗੇ ਆਪਾਂ। ਪਤਾ ਲੱਗ ਗਿਆ ਬੈਰੀਅਰ, ਪਤਾ ਲੱਗ ਗਿਆ ਕਿਹੜੇ ਕਿਹੜੇ। ਇਹ ਲਿਖਦੀ ਮੈਂ ਸੌਖਾ ਸਵਾਲ ਜਾਵਾਂ ਯਾਰ। ਅੱਗੇ ਆ ਜਾ ਭਾਈ, ਇਹ ਤੇਰੇ ਹੋ ਗਏ 7-8 ਸਵਾਲ ਹੋ ਗਏ। ਅਗਲਾ ਤੇਰਾ ਸਵਾਲ ਹੈਗਾ ਜੀ, ਵਾਟ ਇਜ਼ ਮੈਂਟ ਬਾਏ ਬਜਟਰੀ ਕੰਟਰੋਲ। ਬਜਟਰੀ ਕੰਟਰੋਲ। ਹੁਣ ਮੇਰੀ ਗੱਲ ਸੁਣ, ਬਜਟ ਦਾ ਮਤਲਬ ਕੀ ਹੁੰਦਾ? ਬਜਟ ਦਾ ਪੰਜਾਬੀ ਦੱਸ। ਨਾਲ ਸ਼ਬਦ ਪਾਇਆ ਹੋਇਆ ਕੰਟਰੋਲ, ਤਾਂ ਕੀ ਹੋਊਗਾ? ਤੂੰ ਆਪ ਹੀ ਸੋਚ। ਮੰਨ ਕੇ ਚੱਲ, ਹੁਣ ਆਪਾਂ ਜਾਵੜੇ ਕੱਪੜੇ ਲੈਣ ਜਾਵੜੇ, ਆਪਾਂ ਆਪਣੀ ਜੇਬ 'ਚ ਹੈਗਾ 50,000 ਰੁਪਈਆ, ਠੀਕ ਹੈ। ਆਪਾਂ ਸੋਚਿਆ ਸੀਗਾ ਵੀ ਮੈਂ ਲਿਆਉਂਗਾ ਭਾਈ ਘੱਟੋ ਘੱਟ 7-8 ਕੱਪੜੇ ਲਿਆਉਂਗਾ, ਤੇ ਆਪਣੀ ਅੱਖ ਟੇਕੀ ਉੱਥੇ ਇੱਕ ਜੈਕਟ ਤੇ, ਉਹ ਜੈਕਟ ਹੈਗੀ 45,000 ਦੀ। ਫਿਰ ਆਪਣਾ ਬਜਟਰੀ ਕੰਟਰੋਲ ਥੋੜ੍ਹੀ ਆ ਉਹ। ਇਹ ਬਿਜ਼ਨਸ 'ਚ ਵੀ ਲਾਗੂ ਆ। ਕਹਿੰਦਾ ਨਾ ਬਜਟਰੀ ਕੰਟਰੋਲ ਹਰੇਕ ਬਿਜ਼ਨਸ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ। ਤੁਸੀਂ ਜਿੰਨਾ ਤੁਸੀਂ ਸੋਚ ਕੇ ਚੱਲੇ ਹੋ ਨਾ, ਉਦੋਂ ਸਗੋਂ ਘੱਟ ਪੈਸੇ ਉਹ ਕਰੋ, ਲਾਓ, ਜ਼ਿਆਦਾ ਨਾ ਲਾਓ। ਬਜਟਰੀ ਕੰਟਰੋਲ is the very important element in the business studies or financial management, because in every business a budget is to be prepared। ਇੱਕ ਬਜਟ ਬਣਾਉਣਾ ਪੈਂਦਾ and every step is to be taken under that budget। The main aim should be on the principle that amount should not exceed the budget। ਜਿਹੜਾ ਪੈਸਾ ਹੈ ਉਹ ਬਜਟ ਤੋਂ ਜ਼ਿਆਦਾ ਨਾ ਵਧੇ, so as to acquire maximum profits and minimum investments। ਅੰਗਰੇਜ਼ੀ ਵੀ ਬੋਲਤੀ, ਪੰਜਾਬੀ ਤੈਨੂੰ ਦੱਸਤੀ, ਪਤਾ ਲੱਗ ਗਿਆ। ਜਾਣੀ ਕਿ ਆਪਣੇ ਜਿਹੜੇ ਖਰਚੇ ਹੈਗੇ ਆ, ਖਰਚੇ ਉਹ ਪਲੈਨਿੰਗ ਦੇ ਹਿਸਾਬ 'ਚ ਹੀ ਕਰ, ਉਦੋਂ ਉੱਤੇ ਨਾ ਕਰ ਭਾਈ। The spending should be according to the plan and not unplanned, because unplanned expenses would lead to loss in the business। ਘਾਟਾ ਹੋਊਗਾ, ਠੀਕ ਹੈ ਜੀ। ਅਗਲਾ ਸਵਾਲ ਜ਼ਰੂਰੀ ਕੀ ਹੈ ਭਾਈ ਤੇਰਾ? ਅਗਲਾ ਜ਼ਰੂਰੀ ਸਵਾਲ ਹੈਗਾ, ਇਹਨਾਂ ਜਿਹੜਾ ਮੈਂ ਬੋਲੀ ਇਹਨਾਂ ਤੋਂ ਬਾਹਰ ਕੁਐਸਚਨ ਨਹੀਂ ਜਾਂਦਾ ਗਾ। ਅੱਗੇ ਦੇਖ ਕੀ ਹੈ ਭਾਈ, ਪ੍ਰਿੰਸੀਪਲ ਆਫ ਮੈਨੇਜਮੈਂਟ ਪੁੱਛ ਲੈ, ਚੈਪਟਰ ਦਾ ਹੀ ਨਾਮ ਹੋਣਾ, ਠੀਕ ਹੈ।
ਪ੍ਰਿੰਸੀਪਲਸ ਆਫ ਮੈਨੇਜਮੈਂਟ ਇਹ ਚੈਪਟਰ ਦਾ ਹੀ ਨਾਮ ਹੈ। ਮੈਂ ਤੈਨੂੰ ਉੱਥੋਂ ਨੋਟਸ 'ਚੋਂ ਪੜ੍ਹਾਉਂਗਾ ਇਹਦਾ, ਉਹਨੂੰ ਭੇਜਿਆ ਆਪਾਂ ਹਰਲੀ ਨੂੰ। क्वेश्चन हैगा जी, राइट एनी 4 फीचर और प्रिंसीपल्स ऑफ मैनेजमेंट। ठीक है, ਹੁਣ ਇਹ क्वेश्चन ਦਾ आंसर सुन ਲਈ ਪਹਿਲਾਂ ਤਾਂ। मैनेजमेंट ਦਾ ਤੈਨੂੰ ਪਤਾ ਹੀ ਕੀ ਹੁੰਦਾ ਹੈਗਾ। मैनेजमेंट ਹੁੰਦਾ ਹੀ मैनेज करना, ਕੀ ਕਰਨਾ ਹੁੰਦਾ ਹੈਗਾ, मैनेज करना ਵੀ ਕਿਸ ਹਿਸਾਬ ਨਾਲ ਮਤਲਬ ਕੰਮ ਹੈਗਾ ਜਿਹੜਾ ਉਹ ਚਲਾਉਣਾ ਹੈਗਾ ਤੁਸੀਂ, ਤੇ ਉਹਨੂੰ ਆਪਾਂ ਕਹਿ ਦਿੰਦੇ ਆ मैनेजमेंट। ਹੁਣ ਇਹਦੇ ਜਿਹੜੇ 4 ਪ੍ਰਿੰਸੀਪਲ ਹੈਗੇ ਆ, ਪਹਿਲਾ ਹੈਗਾ ਪਲੈਨਿੰਗ, ਦੂਜਾ ਹੈਗਾ ਆਰਗੇਨਾਈਜ਼ਿੰਗ, ਤੀਜਾ ਹੈਗਾ ਲੀਡਿੰਗ ਤੇ ਚੌਥਾ ਹੈਗਾ ਕੰਟਰੋਲਿੰਗ। ਪਲੈਨਿੰਗ ਦਾ ਮਤਲਬ ਮੈਂ ਤੁਹਾਨੂੰ ਦੱਸ ਹੀ ਗਿਆ, ਪਲਾਨ ਕਰਨਾ। ਆਰਗੇਨਾਈਜ਼ਿੰਗ ਕੀ ਹੁੰਦੀ ਹੈ? ਆਰਗੇਨਾਈਜ਼ਿੰਗ ਨਾ ਆ ਆਪਣੇ ਕੋਲ ਟੇਬਲ ਪਿਆ, ਹੁਣ ਮੰਨ ਕੇ ਚੱਲ ਮੈਂ ਸਮਾਨ ਰੱਖੀ ਬੈਠਾ ਤੇ ਮੈਂ ਇਹਦੇ ਉੱਤੇ ਆ ਧਰਦਾ, ਲੈ ਐਂ ਥੋੜੀ ਰੱਖਿਆ ਜਾਊਗਾ ਇਹ, ਜਾਂ ਇਹਨੂੰ ਇੱਥੇ ਰੱਖ ਜਾਂ ਵੀ ਇੱਥੇ ਰੱਖਦਾ, ਆ ਤਾਂ ਗੱਲ ਹੀ ਨਹੀਂ ਬਣੀ ਨਾ ਕੋਈ। ਆਰਗੇਨਾਈਜ਼ਿੰਗ ਨਹੀਂ ਹੋਈ। ਆਰਗੇਨਾਈਜ਼ਿੰਗ ਹੁੰਦਾ ਸਹੀ ਜਗ੍ਹਾ ਤੇ ਸਹੀ ਚੀਜ਼ ਨੂੰ ਰੱਖਣਾ। ਚੀਜ਼ ਨਹੀਂ ਹੈਗੀ ਇਹ, ਬਿਜ਼ਨਸ ਹੈ। ਸਹੀ ਜਗ੍ਹਾ ਤੇ ਸਹੀ ਬੰਦੇ ਨੂੰ ਲਾਉਣਾ। ਸਮਝ ਆ ਗਿਆ? ਮੈਨੂੰ ਅੰਗਰੇਜ਼ੀ ਨਹੀਂ ਪੜ੍ਹਾਉਣੀ ਆਉਂਦੀ ਤੇ ਮੈਨੂੰ ਕਹਿ ਦੇਣ ਵੀ ਤੂੰ ਅੰਗਰੇਜ਼ੀ ਪੜ੍ਹਾਉਣੀ ਹੈ, ਤਾਂ ਫਿਰ ਆਰਗੇਨਾਈਜ਼ਿੰਗ ਨਹੀਂ ਨਾ ਹੋਈ। ਆਰਗੇਨਾਈਜ਼ਿੰਗ is the task in which an employee is fixed according to his abilities so as to earn the maximum profits and improve the business. Okay, for example, a person who has done 12th class should not be assigned to a difficult tasks in a company because he has not attained much knowledge to complete the difficult tasks as compared to the person who has recently done MBA। ਜਿਹਨੇ MBA ਕੀਤੀ ਆ, ਜਿਹਨੇ 12ਵੀਂ ਕਰੀ ਆ, ਉਹਨੂੰ ਤੁਸੀਂ ਬਣਾਦਾ ਮੈਨੇਜਰ। ਜਿਹਨੇ MBA ਕੀਤੀ ਉਹਨੂੰ ਬਣਾਦਾ ਤੁਸੀਂ PN, ਫਿਰ ਤਾਂ ਕੰਪਨੀ ਡੁੱਬ ਗਈ ਤੁਹਾਡੀ। ਆਰਗੇਨਾਈਜ਼ ਨਾ ਢੰਗ ਨਾਲ ਹੋਇਆ। ਤੀਜਾ ਪ੍ਰਿੰਸੀਪਲ ਹੁੰਦਾ ਭਾਈ ਲੀਡਿੰਗ, L ਤੋਂ LEADING। ਲੀਡਿੰਗ ਹੁੰਦਾ ਹੁਣ ਤੇਰੀ ਕੰਪਨੀ ਆ, ਹੁਣ ਤੂੰ ਕਿਸਾਨ ਹੈ ਮੰਨ ਕੇ ਚੱਲ, ਤੇ ਤੂੰ ਖੇਤ 'ਚ ਕੰਮ ਕਰਾਉਣਾ, ਤੇ ਤੂੰ ਕਹਿਦਾ ਵੀ ਆ ਲਓ ਭਾਈ ਮੈਂ ਤੁਹਾਨੂੰ ਛੱਡ ਕੇ ਤੁਸੀਂ ਕੰਮ ਕਰ ਲਿਓ। ਐਂ ਕਰਨਗੇ ਉਹ? ਨਹੀਂ ਕਰਦੇ। ਤੈਨੂੰ ਮੂਹਰੇ ਲੱਗਣਾ ਪਊਗਾ। ਮੂਹਰੇ ਲੱਗਣ ਨੂੰ ਕਹਿੰਦੇ ਆ ਲੀਡ ਕਰਨਾ। ਕੀ ਕਰਨਾ? ਲੀਡ ਕਰਨਾ। ਤਾਂ ਲੀਡਿੰਗ ਕਿਹਦੀ ਖੂਬੀ ਹੁੰਦੀ ਹੈ? ਮੈਨੇਜਰ ਦੀ। ਇਹ ਮੈਨੇਜਰ ਇਨ ਦਾ ਬਿਜ਼ਨਸ ਸ਼ੁੱਡ ਲੀਡ ਹਿਜ਼ EMPLOYEES so that he can guide them from time to time। ਉਹਨੂੰ ਗਾਈਡ ਕਰਦਾ ਰਹੇ ਭਾਈ ਵੀ ਇੱਥੋਂ ਐਂ ਕਰ ਲਓ, ਐਂ ਕਰ ਲਓ। ਹੁਣ ਐਂ ਥੋੜ੍ਹੀ ਮੈਂ ਇੱਕ ਵਾਰੀ ਇਹਨਾਂ ਨੂੰ ਨਿਯੁਕਤ ਕਰ ਲਿਆ ਟੀਚਰਾਂ ਨੂੰ, ਤੇ ਮੈਂ ਆਪ ਘਰੇ ਬਹਿ ਗਿਆ, ਇਹ ਤਾਂ ਪਾ ਦੇਣਗੇ ਖਲਾਰਾ, ਸਾਰੇ ਜਵਾਕ ਪਾ ਦੇਣਗੇ ਇਹਨਾਂ ਦਾ, ਜਾਂ ਇਹ ਪਾ ਦੇਣਗੇ। ਪਤਾ ਲੱਗ ਕੀ ਗੱਲ ਹੈ? ਮੈਨੂੰ ਮੌਕੇ ਤੇ ਰਹਿਣਾ ਪਊਗਾ ਤੇ ਲੀਡ ਕਰਨਾ ਪਊਗਾ ਵੀ ਐਂ ਨਹੀਂ ਹੋਇਆ, ਐਂ ਕਰਨਾ ਆਪਾਂ। ਚੌਥਾ ਪ੍ਰਿੰਸੀਪਲ ਕਰਾਂਗੇ ਜੀ ਕੰਟਰੋਲਿੰਗ। ਕੰਟਰੋਲਿੰਗ ਮੈਂ ਤੁਹਾਨੂੰ ਦੱਸ ਦਿੱਤਾ, ਮੰਨ ਕੇ ਚਲੋ ਕੋਈ ਸ਼ੋਰ ਕਰੀ ਜਾਂਦਾ ਇੱਥੇ, ਜਾਂ ਖੇਤ 'ਚ ਤੁਸੀਂ ਭਈਆ ਲੈ ਗਏ, ਉਹ ਮੋਬਾਈਲ ਚਲਾਈ ਜਾਂਦਾ, ਆਪਾਂ ਕਹਿੰਦੇ ਬਈ ਮੋਬਾਈਲ ਛੱਡ ਕੇ ਕੰਮ ਕਰੋ ਯਾਰ। ਪਤਾ ਲੱਗ ਗਿਆ? ਕੰਟਰੋਲ ਕਰੀ ਜਾਂਦੇ ਆਪਾਂ। ਕਿਹਦਾ ਕੰਮ ਹੈ? ਮੈਨੇਜਰ ਦਾ। ਕਿਹਦਾ ਕੰਮ ਹੈ? ਮੈਨੇਜਰ ਦਾ। ਕੰਟਰੋਲਿੰਗ ਇਜ਼ ਆਲਸੋ ਐਨ ਐਸੈਂਸ਼ੀਅਲ ਫੀਚਰ ਇਨ ਏ business or management. It is the most important principle of management because controlling is very necessary. By controlling we mean that to control an employee from doing or not doing a certain task so as we can get the task completed within the certain time period and with full profits, with good results, etc. ਬਸ ਅੰਗਰੇਜ਼ੀ 'ਚ ਵੀ ਬੋਲਦਾ, ਪੰਜਾਬੀ ਤੈਨੂੰ ਸਮਝਾਏ ਤੇ ਕੰਟਰੋਲ ਕਰਨਾ। ਪਤਾ ਲੱਗ ਗਿਆ? ਅਗਲਾ ਸਵਾਲ ਦੇਖ ਲੈਂਦੇ ਹਾਂ। ਅਗਲਾ ਹੈਗਾ ਭਾਈ, ਇਹ ਤੈਨੂੰ ਸਵਾਲ ਵੀ ਭੇਜ ਦੂੰਗਾ ਮੈਂ ਸਾਰੇ, ਇਹਨਾਂ 'ਚ ਆਨਸਰ ਹੈ ਨਹੀਂਗੇ। ਆਨਸਰ ਮੈਂ ਤੁਹਾਨੂੰ ਦੱਸੀ ਜਾਂਦਾ ਤਾਂ ਹੀ ਬੋਲ ਕੇ। ਮੋਟੀਵੇਸ਼ਨ ਕੀ ਹੁੰਦੀ ਹੈ? ਮੋਟੀਵੇਸ਼ਨ ਤਾਂ ਪਤਾ ਹੀ ਕੀ ਹੁੰਦੀ? ਪੰਪ। ਠੀਕ ਹੈ। ਕਹਿੰਦਾ ਮੋਟੀਵੇਸ਼ਨ ਇੱਕ ਅਜਿਹੀ ਚੀਜ਼ ਆ ਜਿਹਦੇ ਨਾਲ ਤੁਸੀਂ ਕਿਸੇ ਬੰਦੇ ਤੋਂ ਕੰਮ ਲੈ ਸਕਦੇ ਹੋ।
ਅਗਲੇ ਨੂੰ ਪੰਪ ਮਾਰ ਕੇ ਅਗਲੇ ਨੂੰ ਹੀ ਫੂਕ ਛਕਾ ਕੇ ਵੀ ਭਾਈ ਤੂੰ ਤਾਂ ਬਹੁਤ ਵਧੀਆ ਕੰਮ ਕੀਤਾ ਯਾਰ, ਤੇਰੇ ਸਿਰਾ ਹੀ ਲੱਗ ਗਿਆ ਜਮਾਂ। ਮੋਟੀਵੇਸ਼ਨ ਹੈਲਪ ਕਰਦੀ ਆ ਇੰਪਲੋਏ ਦੀ ਵੀ ਉਹ ਹੋਰ ਇੰਪਰੂਵ ਕਰੇ। Motivation is an essential task in a business because motivation is the only thing which boosts a employee to perform a certain task in a certain time limit, so as he can extend his capabilities for the business and give his 100% for maximum profits. Motivation is very necessary. A manager should always motivate his staff so as to get the desired results. ਮੋਟੀਵੇਸ਼ਨ ਕੈਨ ਬੀ ਆਫ ਮੈਨੀ ਟਾਈਪਸ। ਹੁਣ ਮੋਟੀਵੇਟ ਕਰਨਾ ਕਿਵੇਂ ਕਰੂੰਗਾ, ਮੈਂ ਬੋਲ ਕੇ ਕਹਿ ਦੂੰਗਾ, ਜਾਂ ਮੈਂ ਕਿਸੇ ਨੂੰ ਗਿਫਟ ਲਿਆ ਦੂੰਗਾ ਵੀ ਯਾਰ ਲੈ ਭਾਈ ਤੂੰ ਵਧੀਆ ਕੰਮ ਕੀਤਾ ਸੀ ਆ ਚੱਕ, ਉਹ ਕੋਲ ਉਹ ਗਿਫਟ ਹੋਰ ਮਿਲਣਗੇ, ਵਧੀਆ ਕੰਮ ਹੋਰ ਕਰ ਲਈਏ, ਜਾਂ ਮੈਂ ਕਿਸੇ ਦੀ ਤਨਖਾਹ ਵਧਾ ਦੂੰਗਾ, ਜਾਂ ਮੈਂ ਬਸ ਆਹੀ ਤਿੰਨ ਤਰੀਕੇ ਆ, ਜਾਂ ਤਾਂ ਬੋਲ ਕੇ, ਜਾਂ ਗਿਫਟ ਲਿਆ ਕੇ, ਜਾਂ ਤਨਖਾਹ ਦੇ ਕੇ ਮੋਟੀਵੇਟ ਕਰ ਦਿਓ, ਕੰਮ ਹੋ ਗਿਆ। ਠੀਕ ਹੈ। ਮੋਟੀਵੇਸ਼ਨ ਕੈਨ ਬੀ ਬਾਏ language कह लो ਜਾਂ कह लो by wordings words or giving gifts or providing benefits or providing bonus or providing extra salary or giving a leave। ਛੁੱਟੀ ਦੇਤੀ ਵੀ ਜਾ ਯਾਰ ਅੱਜ ਨਿਆਰੇ ਲੈ, ਮੋਟੀਵੇਸ਼ਨ ਹੀ ਹੈ ਇਹ। ਪਤਾ ਲੱਗ ਗਿਆ ਕੀ ਹੈ ਆਏ ਹੈ। ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇੱਕ ਸਵਾਲ ਤੈਨੂੰ 101% ਆਉਣਾ ਹੈ। 4 rights of a consumer। ਕੰਜ਼ਿਊਮਰ ਕੀ ਹੁੰਦਾ ਹੈਗਾ? ਕੰਜ਼ਿਊਮਰ ਹੁੰਦਾ ਗਾਹਕ ਹੁੰਦਾ। ਇਹਦੇ ਕੋਲੇ 4 ਹੱਕ ਹੈ ਭਾਈ। ਕਿਹੜੇ 4 ਹੱਕ ਹੈ? ਇੱਕ ਤਾਂ ਹੈਗਾ ਰਾਈਟ ਟੂ ਹੈਲਦੀ ਇਨਵਾਇਰਨਮੈਂਟ, ਜਿੱਥੇ ਸਮਾਨ ਲੈਣ ਜਾਵੇ ਉੱਥੇ ਗੰਦ ਨਾ ਹੋਵੇ। ਦੂਜਾ ਹੱਕ ਹੈਗਾ ਰਾਈਟ ਟੂ ਰਿਡਰੈਸ, ਜਦੋਂ ਇਹ ਸਮਾਨ ਲਿਆਇਆ ਤੇ ਬਾਅਦ 'ਚ ਜੇ ਮੈਂ ਆ ਲੈ ਗਿਆ, ਮੈਂ ਕਿਹਾ ਵੀ ਆ ਤਾਂ ਟੁੱਟੀ ਆ ਓਏ, ਉਹਨਾਂ ਨੇ ਮੇਰੀ ਪੁੱਛ ਗਿੱਛ ਨਹੀਂ ਕਰੀ, ਕਹਿੰਦਾ ਸਾਡੇ ਤੋਂ ਲਗਾਇਆ ਹੀ ਨਹੀਂ ਤੂੰ, ਇਹ ਰਾਈਟ ਹੈ ਮੇਰਾ। ਰਾਈਟ ਟੂ ਰਿਡਰੈਸ, ਮੇਰੀ ਦੁਬਾਰੇ ਪੁੱਛ ਗਿੱਛ ਕਰਨੀ ਹੈ ਜੇ ਮੈਂ ਜਾ ਵੜਿਆ ਉੱਥੇ। ਰਿਡਰੈਸ ਮਤਲਬ ਪੁੱਛ ਗਿੱਛ ਦੁਬਾਰੇ। ਅਗਲਾ ਰਾਈਟ ਹੈਗਾ ਕੰਜ਼ਿਊਮਰ ਦੀ ਪ੍ਰੋਟੈਕਸ਼ਨ, ਮੇਰੀ ਪ੍ਰੋਟੈਕਸ਼ਨ ਕਰੂਗੀ ਸਰਕਾਰ ਆਪੇ। ਜੇ ਮੈਨੂੰ ਬੋਤਲ ਟੁੱਟੀ ਫੜਾ ਗਿਆ, ਉਹ ਮੇਰੀ ਗੱਲ ਨਹੀਂ ਸੁਣ ਰਿਹਾ, ਮੈਂ ਕੇਸ ਕਰ ਦੂੰਗਾ ਉੱਤੇ ਭਾਈ, ਤੇ ਸਰਕਾਰ ਮੇਰੀ ਹੈਲਪ ਕਰੂਗੀ। ਕੰਜ਼ਿਊਮਰ ਨੂੰ ਪ੍ਰੋਟੈਕਟ ਕਰਦੀ ਸਰਕਾਰ। ਠੀਕ ਹੈ ਜੀ। ਇੱਕ ਹੁੰਦੀ ਹੈ ਕੰਪਲੇਨਿੰਗ, ਕੰਪਲੇਨ ਕਰਨ ਦਾ ਵੀ ਅਧਿਕਾਰ ਹੈਗਾ ਪੂਰਾ ਕੰਜ਼ਿਊਮਰ ਕੋਲੇ। ਹੋਰ ਕਿਹੜੇ ਆ ਮੰਨ ਕੇ ਚੱਲ? ਰਾਈਟ ਟੂ ਸੇਫਟੀ, ਰਾਈਟ ਟੂ ਬੀ ਇਨਫੋਰਮਡ, ਰਾਈਟ ਟੂ ਚੂਜ਼, ਰਾਈਟ ਟੂ ਬੀ ਹੀਅਰਡ। ਰਾਈਟ ਟੂ ਚੂਜ਼ ਹੁਣ ਮੰਨ ਕੇ ਚੱਲ ਵੀ ਕੰਜ਼ਿਊਮਰ ਆ ਗਿਆ ਮੇਰੇ ਕੋਲੇ, ਉਹ ਕਹਿੰਦਾ ਵੀ ਮੈਂ ਤਾਂ ਭਾਈ ਵੀ ਮੈਂ ਤੇਰੇ ਤੋਂ ਪੜ੍ਹਨਾ ਹੀ ਨਹੀਂਗਾ, ਮੈਂ ਤਾਂ ਇਹ ਤੋਂ ਪੜ੍ਹਨਾ, ਤਾਂ ਮੈਂ ਧੱਕੇ ਨਾਲ ਕਿਵੇਂ ਪੜ੍ਹਾ ਲੂੰਗਾ ਉਹਨੂੰ? ਉਹਦੇ ਕੋਲੇ ਅਧਿਕਾਰ ਆ ਚੂਜ਼ ਕਰਨ ਦਾ, ਅਗਲੇ ਨੇ ਪੈਸੇ ਦਿੱਤੇ ਆ। ਕਲੀਅਰ ਹੈ। ਅੱਜ ਆਪਾਂ